ਇਸ ਲਈ ਅੱਜ ਮੈਂ ਇੱਕ ਫੌਰੀ ਸਵਾਲ ਸੋਚਿਆ, ਜੋ ਕੋਈ ਹੋਰ ਕਪਲਡ ਪੋਟੈਂਸ਼ੀਅਲ એનર્ਜੀ ਲਈ ਪੁੱਛ ਸਕਦਾ ਹੈ। ਉਨ੍ਹਾਂ ਵਿੱਚੋਂ ਕੁਝ ਜਿਵੇਂ ਤੁਹਾਨੂੰ ਹਾਰਮੋਨਿਕ ਓਸੀਲੇਟਰਾਂ ਨੂੰ ਕਪਲ ਕਰਨਾ ਪੈ ਸਕਦਾ ਹੈ। ਤੁਹਾਡੇ ਕੋਲ ਇੱਕ ਇਲੈਕਟ੍ਰਿਕ ਫੀਲਡ ਦੀ ਮੌਜੂਦਗੀ ਵਿੱਚ ਇੱਕ ਹਾਰਮੋਨਿਕ ਓਸੀਲੇਟਰ ਹੋ ਸਕਦਾ ਹੈ। ਤੁਹਾਡੇ ਕੋਲ ਇੱਕ ਪਾਰਟੀਕਲ ਹੋ ਸਕਦਾ ਹੈ ਜੋ ਇੱਕ ਹਾਰਮੋਨਿਕ ਓਸੀਲੇਟਰ ਪੋਟੈਂਸ਼ੀਅਲ ਵਿੱਚ ਓਸੀਲੇਟ ਹੋ ਰਿਹਾ ਹੈ ਅਤੇ ਇਹ ਇੱਕ ਮੈਗਨੈਟਿਕ ਫੀਲਡ ਦੇ ਅਧੀਨ ਵੀ ਹੈ। ਇਸ ਲਈ ਇਹ ਇਹਨਾਂ ਵਿੱਚੋਂ ਕੁਝ ਚੀਜ਼ਾਂ ਹਨ ਜਿੱਥੇ ਤੁਸੀਂ ਪਹਿਲਾਂ ਹੀ ਹਾਰਮੋਨਿਕ ਓਸੀਲੇਟਰ ਦੇ ਟੂਲ ਸਿੱਖ ਚੁੱਕੇ ਹੋ, ਅਸਲ ਵਿੱਚ ਉਸ ਡੇਟਾ ਦੀ ਵਰਤੋਂ ਕਰਨ ਅਤੇ ਹੱਲ ਕਰਨ ਵਿੱਚ ਤੁਹਾਡੀ ਮਦਦ ਕਰਨਗੇ। ਤੁਹਾਨੂੰ ਇਹਨਾਂ ਗਣਨਾਵਾਂ ਨੂੰ ਦੁਬਾਰਾ ਕਰਨ ਦੀ ਲੋੜ ਨਹੀਂ ਹੈ। ਇਸ ਲਈ ਇਹ ਸਧਾਰਨ ਤਰਕੀਬਾਂ ਜੋ ਲਾਗੂ ਹੋ ਸਕਦੀਆਂ ਹਨ ਅਤੇ ਸਿੱਧੇ ਨਤੀਜੇ ਦੇ ਸਕਦੀਆਂ ਹਨ। ਤਾਂ ਮੰਨ ਲਓ ਕਿ ਮੈਂ ਤੁਹਾਨੂੰ ਇੱਕ ਪੋਟੈਂਸ਼ੀਅਲ એનર્ਜੀ ਦਿੱਤੀ ਹੈ ਜੋ ਕਿ x + y ਦਾ ਪੂਰਾ ਸਕੁਏਅਰ। ਇਸ ਨੂੰ 2 ਡਾਇਮੈਂਸ਼ਨਾਂ ਵਿੱਚ ਮੋਸ਼ਨ ਦੇ ਰੂਪ ਵਿੱਚ ਲਓ। ਮੰਨ ਲਓ ਕਿ ਮੇਰੇ ਕੋਲ ਪੋਟੈਂਸ਼ੀਅਲ એનર્ਜੀ ਹੈ ਜੋ ਕਿ x + y ਦਾ ਪੂਰਾ ਸਕੁਏਅਰ। ਕੀ ਤੁਸੀਂ ਸ਼੍ਰੋਡਿੰਗਰ ਇਕੁਏਸ਼ਨ ਹੱਲ ਕਰ ਸਕਦੇ ਹੋ? ਤੁਸੀਂ ਇਸ ਨੂੰ ਕਿਵੇਂ ਹੱਲ ਕਰੋਗੇ? ਤੁਸੀਂ ਆਪਣੇ ਐਕਸਿਸ ਦੇ ਕੋਆਰਡੀਨੇਟ ਐਕਸਿਸ ਦਾ 45 ਡਿਗਰੀ ਰੋਟੇਸ਼ਨ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹੋ ਤਾਂ ਕਿ ਉਸ ਦਿਸ਼ਾ ਵਿੱਚੋਂ ਇੱਕ ਪੋਟੈਂਸ਼ੀਅਲ ਹੋਵੇ ਅਤੇ ਦੂਜੀ ਦਿਸ਼ਾ ਵਿੱਚ 0 ਪੋਟੈਂਸ਼ੀਅਲ ਹੋਵੇ ਅਤੇ ਤੁਸੀਂ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਇਹ ਢੁਕਵਾਂ ਕੋਆਰਡੀਨੇਟ ਚੋਣ ਕਰਨ ਦੀ ਇੱਕ ਤਰਕੀਬ ਹੈ ਜੋ ਤੁਹਾਡੀ ਮਦਦ ਕਰਦੀ ਹੈ। ਇਹ ਅਸੀਂ ਕਈ ਵਾਰ ਕਰ ਚੁੱਕੇ ਹਾਂ। ਅਸੀਂ ਹਾਲਾਤ ਦੇ ਆਧਾਰ ਤੇ ਇੱਕ ਢੁਕਵੀਂ ਕੋਆਰਡੀਨੇਟ ਚੁਣ ਲੈਂਦੇ ਹਾਂ। ਤਾਂ ਸਧਾਰਨ ਚਾਲ ਵਿੱਚ ਕੋਆਰਡੀਨੇਟ ਸਿਸਟਮ ਨੂੰ ਕੈਪੀਟਲ X ਨੂੰ x + y ਦੇ ਰੂਪ ਵਿੱਚ ਲਿਖਣਾ ਕਰਨਾ ਸ਼ਾਮਲ ਹੈ ਅਤੇ ਫਿਰ ਦੂਜੇ ਕੋਆਰਡੀਨੇਟ ਨੂੰ ਲਿਖੋ ਜੋ ਇਸ ਕੋਆਰਡੀਨੇਟ ਲਈ ਔਰਥੋਗੋਨਲ ਹੈ। ਤਾਂ ਜੇ ਇਸ ਨੂੰ ਘੜੀ ਦੀ ਦਿਸ਼ਾ ਵਿੱਚ 45 ਡਿਗਰੀ ਘੁਮਾਇਆ ਜਾਂਦਾ ਹੈ ਤਾਂ ਇਸ ਨੂੰ 45 ਡਿਗਰੀ ਘੁਮਾਇਆ ਜਾਣਾ ਚਾਹੀਦਾ ਹੈ। ਤੁਹਾਨੂੰ ਪਤਾ ਹੈ ਮੇਰਾ ਕੀ ਮਤਲਬ ਹੈ ਅਤੇ ਤੁਸੀਂ 2 ਔਰਥੋਗੋਨਲ ਕੋਆਰਡੀਨੇਟਸ ਵਿੱਚ ਘੜੀ ਦੀ ਦਿਸ਼ਾ ਵਿੱਚ ਇਸ ਪਾਸੇ ਹੋਣੇ ਚਾਹੀਦੇ ਹਨ। ਫਿਰ ਅਸੀਂ ਕੀ ਕਰੀਏ? ਸ਼੍ਰੋਡਿੰਗਰ ਇਕੁਏਸ਼ਨ ਨੂੰ ਛੋਟੇ x ਅਤੇ ਛੋਟੇ y ਦੀ ਵਰਤੋਂ ਕਰਨ ਦੀ ਬਜਾਏ 2 ਡਾਇਮੈਂਸ਼ਨਾਂ ਵਿੱਚ ਲਿਖੋ। ਇਸ ਨੂੰ ਵੱਡੇ x ਅਤੇ ਵੱਡੇ y ਦੀ ਟਰਮਜ਼ ਵਿੱਚ ਦੁਬਾਰਾ ਲਿਖੋ। ਮੈਨੂੰ ਯਕੀਨ ਹੈ ਕਿ ਤੁਸੀਂ ਆਪਣੇ JEE ਅਤੇ ਆਪਣੇ ਗਣਿਤ ਦੇ ਕੋਰਸ ਵਿੱਚ ਵੇਰੀਏਬਲ ਦੇ ਇਹ ਸਾਰੇ ਬਦਲਾਅ ਕਈ ਵਾਰ ਕੀਤੇ ਹਨ। ਇਸ ਲਈ ਇਸ ਵੱਡੇ x ਵੱਡੇ y ਵਿੱਚ ਕੋਆਰਡੀਨੇਟ ਬਦਲਾਅ ਜੇ ਤੁਸੀਂ ਆਪਣੇ ਸ਼੍ਰੋਡਿੰਗਰ ਇਕੁਏਸ਼ਨ ਵਿੱਚ ਕਰਦੇ ਹੋ ਤਾਂ ਇਹ ਪੋਟੈਂਸ਼ੀਅਲ ਨਾਲ ਤੁਹਾਡੀ ਸ਼੍ਰੋਡਿੰਗਰ ਇਕੁਏਸ਼ਨ ਹੋਵੇਗੀ। ਇਸ ਇੱਕ ਵਿੱਚ ਅੱਧਾ x ਸਕੁਏਅਰ ਵਾਲਾ ਹੋਵੇਗਾ। ਤੁਸੀਂ ਅਜੇ ਵੀ ਇਸ ਨੂੰ ਇੱਕ ਡਾਇਮੈਂਸ਼ਨਲ ਸਮੱਸਿਆ ਸਮਝ ਕੇ ਵਰਤਾ ਕਰ ਸਕਦੇ ਹੋ, ਪਰ ਫਿਰ ਮੋਸ਼ਨ 2 ਡਾਇਮੈਂਸ਼ਨਾਂ ਵਿੱਚ ਹੁੰਦਾ ਹੈ। ਇਹ ਇੱਕ ਫਰੀ ਪਾਰਟੀਕਲ ਹੋਰ ਦਿਸ਼ਾਵਾਂ ਵਾਂਗ ਵਿਵਹਾਰ ਕਰਦਾ ਹੈ। ਇਸ ਲਈ ਤੁਹਾਨੂੰ ਇਸ ਦਾ ਧਿਆਨ ਰੱਖਣਾ ਪਵੇਗਾ। ਇਸ ਲਈ ਇਸ ਕੋਆਰਡੀਨੇਟ ਵਿੱਚ ਪੋਟੈਂਸ਼ੀਅਲ એનર્ਜੀ ਕੇਵਲ x ਦਾ ਇੱਕ ਫੰਕਸ਼ਨ ਹੈ ਅਤੇ ਅਸੀਂ ਸੈਪਰੇਬਲ ਫੰਕਸ਼ਨਾਂ x ਦੇ ਸਾਈ ਅਤੇ y ਦੇ ਸਾਈ ਦੀ ਉਵੇਂ ਹੀ ਵਰਤੋਂ ਕਰ ਸਕਦੇ ਹਾਂ ਜਿਵੇਂ ਮੈਂ ਤੁਹਾਡੇ ਕੀਤੀ ਸੀ। ਤਾਂ ਇਸ ਸੈਪਰੇਬਲ ਫੰਕਸ਼ਨ ਨੂੰ ਵਰਤੋਂ ਇਹ ਇੱਕ ਸਟੈਂਡਰਡ ਵਾਲਾ ਹੈ। ਮੈਂ ਤੁਹਾਨੂੰ 2 ਡਾਇਮੈਂਸ਼ਨ ਹਾਰਮੋਨਿਕ ਓਸੀਲੇਟਰ ਵਿੱਚ ਦੱਸ ਰਿਹਾ ਸਾਂ ਜਾਂ 2 ਡਾਇਮੈਂਸ਼ਨਲ ਪਾਰਟੀਕਲ ਡੱਬੇ ਵਿੱਚ ਹੈ। ਅਤੇ ਫਿਰ ਜਿਵੇਂ ਕਿ ਉਸਨੇ ਪਹਿਲਾਂ ਹੀ ਦੱਸਿਆ ਹੈ ਕਿ x ਦਾ ਸਾਈ ਸਪਰਿੰਗ ਕਾਂਸਟੈਂਟ ਦੇ ਨਾਲ ਇੱਕ ਹਾਰਮੋਨਿਕ ਓਸੀਲੇਟਰ ਦੇ ਸੋਲਿਊਸ਼ਨ ਵਾਂਗ ਵਿਵਹਾਰ ਕਰੇਗਾ। ਮੰਨ ਲਓ ਕਿ ਬਰਾਬਰ 1 ਅਤੇ y ਦਾ ਸਾਈ ਇੱਕ ਫਰੀ ਪਾਰਟੀਕਲ ਵਾਂਗ ਹੈ। ਇਸ ਲਈ ਜਦੋਂ ਤੁਸੀਂ ਵੇਵ ਫੰਕਸ਼ਨ ਲਿਖਦੇ ਹੋ, ਜਿਵੇਂ ਮੰਨ ਲਓ ਕਿ ਮੈਂ ਗਰਾਊਂਡ ਸਟੇਟ ਵੇਵ ਫੰਕਸ਼ਨ ਲਿਖਣਾ ਚਾਹੁੰਦਾ ਹਾਂ, ਵੱਡਾ x ਕੋਆਰਡੀਨੇਟ ਵਿੱਚ ਗਰਾਊਂਡ ਸਟੇਟ ਅਤੇ ਵੱਡੇ y ਵਿੱਚ ਕੁਝ ਮੋਮੈਂਟਮ ਵਾਲਾ ਇੱਕ ਫਰੀ ਪਾਰਟੀਕਲ, ਤੁਸੀਂ ਇਸ ਵੇਵ ਫੰਕਸ਼ਨ ਸੋਲਿਊਸ਼ਨ ਨੂੰ ਕਿਵੇਂ ਲਿਖੋਗੇ? ਇਸ ਲਈ ਮੈਂ ਇਸ ਨੂੰ x ਵੱਡਾ y ਦਾ ਸਾਈ ਆਖਦਾ ਹਾਂ। x ਵੱਡਾ y ਦਾ ਸਾਈ ਅਤੇ ਵੱਡਾ x ਦਾ ਸਾਈ ਬਣਨ ਲਈ ਮੰਨ ਲਓ ਗਰਾਊਂਡ ਸਟੇਟ E ਦੇ ਪਾਵਰ ਅਨੁਪਾਤੀ ਹੋਵੇਗਾ। ਮੈਂ ਇਹ ਕਾਂਸਟੈਂਟ ਨਹੀਂ ਲਿਖ ਰਿਹਾ। x ਸਕੁਆਇਰਡ ਕੁਝ ਕਾਂਸਟੈਂਟ ਨੰਬਰ ਅਤੇ y ਦਾ ਸਾਈ E ਪਾਵਰ -i ਕੇ x ਦੇ ਅਨੁਪਾਤੀ ਹੋਵੇਗਾ। ਮਾਫ ਕਰਨਾ ਕਿ y E ਪਾਵਰ -i ਕਿ ਕੈਪੀਟਲ Y ਦੇ। ਹੁਣ ਊਰਜਾ ਕੀ ਹੋਵੇਗੀ? ਇਸ ਕੇਸ ਦੇ ਵਿੱਚ ਊਰਜਾ n ਬਰਾਬਰ 0 ਹੋਵੇਗੀ, ਖਾਸ ਕੇ ਦੇ ਹੇਠ y ਪੀਸ ਲਈ ਅੱਧਾ h ਕਰਾਸ ਓਮੇਗਾ h ਕਰਾਸ
स्क्वायर के स्क्वायर्ड ओवर। ठीक है, समझ आ ਗਿਆ। ਪਹਿਲੇ ਕੇਸ ਵਿੱਚ ਦੋ ਡਾਇਮੈਂਸ਼ਨਾਂ ਵਿੱਚ x ਕੋਆਰਡੀਨੇਟ ਦੇ ਉੱਤੇ ਊਰਜਾ ਵੀ ਸਮ ਅਪ ਹੁੰਦੀ ਹੈ। ਤੁਹਾਡੇ ਕੋਲ ਹਾਰਮੋਨਿਕ ਓਸੀਲੇਟਰ nx ਪਲਸ ਅੱਧਾ h ਕ੍ਰਾਸ ਓਮੇਗਾ ਪਲਸ n ਗੁਣਾ ਪਲਸ ਅੱਧਾ h ਕ੍ਰਾਸ ਓਮੇਗਾ, ਪਰ ਇੱਥੇ ਵੱਡਾ x ਹਾਰਮੋਨਿਕ ਓਸੀਲੇਟਰ ਵਾਂਗ ਹੈ। ਮੈਂ ਖਾਸ ਤੌਰ ਤੇ ਗਰਾਊਂਡ ਸਟੇਟ ਲੈ ਰਿਹਾ ਹਾਂ, ਤਾਂ ਇਹ ਵੱਡੇ x ਅਤੇ ਵੱਡੇ y ਕੋਆਰਡੀਨੇਟ ਲਈ ਅੱਧਾ h ਕ੍ਰਾਸ ਓਮੇਗਾ ਹੋਵੇਗੀ। ਇਹ ਇੱਕ ਫਰੀ ਪਾਰਟੀਕਲ ਵਰਗਾ ਹੋਵੇਗਾ, ਇਸ ਲਈ ਮੈਂ ਉਹ ਗਣਨਾ ਨਹੀਂ ਕੀਤੀ। ਮੈਂ ਹਾਰਮੋਨਿਕ ਓਸੀਲੇਟਰ ਸੋਲਿਊਸ਼ਨ ਅਸਿਊਮ ਕੀਤਾ ਹੈ। ਇਸ ਦਿੱਤੇ ਗਏ ਪੋਟੈਂਸ਼ੀਅਲ ਨੂੰ ਦੇਖ ਕੇ ਵੱਖ-ਵੱਖ ਕੋਆਰਡੀਨੇਟ ਸਿਸਟਮ ਨੂੰ ਦਿਖਾਉਂਦਾ ਹੈ ਜਿੱਥੇ ਇਹ ਵੱਡੇ h ਕੋਆਰਡੀਨੇਟ ਵਿੱਚ ਹਾਰਮੋਨਿਕ ਓਸੀਲੇਟਰ ਅਤੇ ਵੱਡੇ y ਕੋਆਰਡੀਨੇਟ ਵਿੱਚ ਫਰੀ ਪਾਰਟੀਕਲ ਵਾਂਗ ਵਿਵਹਾਰ ਕਰਦਾ ਹੈ। ਤਾਂ ਹੀ ਇਹ ਕਪਲਡ ਹੈ। x ਪਲਸ y ਦਾ ਪੂਰਾ ਸਕੁਏਅਰਡ ਕਪਲਡ ਹੈ। ਜਦੋਂ ਤੁਸੀਂ ਵੇਵ ਫੰਕਸ਼ਨ ਪ੍ਰਾਪਤ ਕਰ ਲੈਂਦੇ ਹੋ, ਤੁਸੀਂ ਵਾਪਸ ਜਾਂਦੇ ਹੋ ਅਤੇ ਵੱਡੇ x ਅਤੇ ਵੱਡੇ y ਨੂੰ ਛੋਟੇ x ਅਤੇ ਛੋਟੇ y ਦੀ ਟਰਮਜ਼ ਵਿੱਚ ਲਿਖਦੇ ਹੋ, ਅਤੇ ਤੁਸੀਂ ਇਸ ਨੂੰ ਆਪਣੇ ਮੂਲ ਕੋਆਰਡੀਨੇਟ ਸਿਸਟਮ ਵਿੱਚ ਪ੍ਰਾਪਤ ਕਰ ਸਕਦੇ ਹੋ, ਪਰ ਐਨਰਜੀ ਸਪੈਕਟ੍ਰਮ ਨਹੀਂ ਕਰੇਗਾ। ਊਰਜਾ ਇੱਕ ਆਈਗਨ ਵੈਲਿਊ ਹੈ ਜੋ ਨਹੀਂ ਬਦਲੇਗਾ। ਤੁਸੀਂ ਵਾਪਸ ਜਾ ਸਕਦੇ ਹੋ ਅਤੇ ਇਸ ਵੇਵ ਫੰਕਸ਼ਨ ਨੂੰ yx ਪਲਸ y ਬਾਏ ਰੂਟ 2 ਨੂੰ ਬਦਲਣ ਦੀ ਟਰਮਜ਼ ਵਿੱਚ ਲਿਖ ਸਕਦੇ ਹੋ, ਅਤੇ ਇਹ ਇੱਕ x ਮਾਈਨਸ y ਬਾਏ ਰੂਟ 2 ਹੈ। ਅਤੇ ਫਿਰ ਤੁਸੀਂ ਛੋਟੇ x ਛੋਟੇ y ਕੋਆਰਡੀਨੇਟ ਵਿੱਚ ਵੇਵ ਫੰਕਸ਼ਨ ਤੇ ਵਾਪਸ ਜਾ ਸਕਦੇ ਹੋ। ਇਹ ਛੋਟਾ ਹੈ। ਠੀਕ ਹੈ, ਤਾਂ ਹੁਣ ਅਸੀਂ ਪਾਰਟੀਕਲ ਨੂੰ ਇੱਕ ਕਾਂਸਟੈਂਟ ਇਲੈਕਟ੍ਰਿਕ ਫੀਲਡ ਵਿੱਚ ਲੈਂਦੇ ਹਾਂ। ਆਓ ਇੱਕ ਐਕਸਟਰਨਲ ਇਲੈਕਟ੍ਰਿਕ ਫੀਲਡ ਦੇ ਅਧੀਨ ਹੋਣ ਲਈ ਹਾਰਮੋਨਿਕ ਓਸੀਲੇਟਰ ਪੋਟੈਂਸ਼ੀਅਲ ਵਿੱਚ ਪਾਰਟੀਕਲ ਨੂੰ ਲੈਂਦੇ ਹਾਂ। ਜਦੋਂ ਤੁਸੀਂ ਪੋਟੈਂਸ਼ੀਅਲ ਐਨਰਜੀ ਨੂੰ ਇੱਕ ਡਾਇਮੈਂਸ਼ਨ ਵਜੋਂ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ E ਇਲੈਕਟ੍ਰਿਕ ਫੀਲਡ ਜੋੜਨਾ ਪਵੇਗਾ। ਇਸ ਨੂੰ ਊਰਜਾ ਨਾਲ ਉਲਝਾਓ ਨਾ। E ਇਲੈਕਟ੍ਰਿਕ ਫੀਲਡ ਹੈ। E ਟਾਈਮਜ਼ x³ ਵਾਂਗ ਪਾਰਟੀਕਲ ਨਾਲ ਚਾਰਜ ਹੈ। ਤੁਸੀਂ ਇਹ ਕਿਵੇਂ ਹੱਲ ਕਰੋਗੇ? ਤੁਸੀਂ ਇਹ ਦੇਖਣ ਦੀ ਕੋਸ਼ਿਸ਼ ਕਰਦੇ ਹੋ ਕਿ ਕੀ ਤੁਸੀਂ ਕਿਸੇ ਹੋਰ ਕੋਆਰਡੀਨੇਟ ਨੂੰ ਦੁਬਾਰਾ ਪਰਿਭਾਸ਼ਿਤ ਕਰ ਸਕਦੇ ਹੋ, ਜਿਵੇਂ ਇਹ ਤੁਹਾਡੀ ਪਹਿਲਾਂ ਕੀਤਾ ਪੋਟੈਂਸ਼ੀਅਲ ਬਣ ਸਕਦਾ ਹੈ। ਤਾਂ ਤੁਸੀਂ ਅਜਿਹੀਆਂ ਸਮੱਸਿਆਵਾਂ ਨੂੰ ਅਟੈਂਪਟ ਕਰਨ ਲਈ ਇਹਨਾਂ ਸਕੁਏਅਰਾਂ ਨੂੰ ਪੂਰਾ ਕਰੋ। ਜੇ ਤੁਹਾਡੇ ਕੋਲ x ਸਕੁਏਅਰ ਪਲਸ x ਹੈ, ਤੁਹਾਡੇ x ਨੂੰ ਸ਼ਿਫਟ ਕਰਨ ਵਾਂਗ ਇਸ ਨੂੰ ਅਨਡੂ ਕਿਵੇਂ ਕਰਨਾ ਹੈ, ਅਤੇ ਫਿਰ ਇੱਕ ਸਥਿਰ ਘਟਾਓ। ਆਪਣੇ x ਨੂੰ ਸ਼ਿਫਟ ਕਰੋ ਅਤੇ ਕਾਂਸਟੈਂਟ ਦਾ ਘਟਾਓ ਕਰੋ। ਤਾਂ ਅਸੀਂ ਕੀ ਕਰਨਾ ਹੈ? ਅਸੀਂ x ਦੀ ਬਜਾਏ ਕੋਆਰਡੀਨੇਟ ਬਦਲਦੇ ਹਾਂ। ਤੁਸੀਂ ਨਵੇਂ ਕੋਆਰਡੀਨੇਟ ਨੂੰ x ਪ੍ਰਾਈਮ ਕਹਿੰਦੇ ਹੋ, ਜੋ ਇੱਕ ਸ਼ਿਫਟਡ ਕੋਆਰਡੀਨੇਟ ਹੈ। ਇੱਕ ਸ਼ਿਫਟਡ ਕੋਆਰਡੀਨੇਟ ਲਓ ਅਤੇ ਤੁਹਾਡੇ ਸਿਸਟਮ ਦਾ ਕੀ ਹੁੰਦਾ ਹੈ? ਤੁਹਾਡੀ ਪੋਟੈਂਸ਼ੀਅਲ ਐਨਰਜੀ ਜੋ ਕਿ ਇਹ ਹੈ, ਸ਼ਿਫਟ ਹੋ ਗਈ ਸੀ। ਇਹ ਜੋ ਮੈਂ ਕੰਪੈਕਟ ਨੋਟੇਸ਼ਨ ਦੇ ਰੂਪ ਵਿੱਚ ਲਿਖਿਆ ਸੀ, ਅਸਲ ਵਿੱਚ ਇਸ ਤਸਵੀਰ ਤੋਂ ਦੇਖਿਆ ਜਾਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਕੋਆਰਡੀਨੇਟ ਨੂੰ ਕਿਵੇਂ ਬਦਲਦੇ ਹੋ, ਅਤੇ ਇੱਥੇ ਇੱਕ ਸਿਫਰ ਹੈ। ਪੋਟੈਂਸ਼ੀਅਲ ਐਨਰਜੀ ਨੂੰ ਸ਼ਿਫਟ ਕੀਤਾ ਜਾਂਦਾ ਹੈ। ਇਹ ਸਿਫਰ ਇੱਕ ਕਾਂਸਟੈਂਟ ਹੈ। ਇਸ ਸਿਸਟਮ ਲਈ ਐਨਰਜੀ ਈਜੇਨ ਵੈਲਿਊਜ਼ ਕੀ ਹੋਵੇਗੀ? ਗਰਾਊਂਡ ਸਟੇਟ ਐਨਰਜੀ ਕੀ ਹੋਵੇਗੀ? ਅੱਧਾ h ਕ੍ਰਾਸ ਓਮੇਗਾ ਮਾਈਨਸ ਕਾਂਸਟੈਂਟ ਸ਼ਿਫਟ ਉਸ ਊਰਜਾ ਵਿੱਚੋਂ ਜੋ q ਸਕੁਏਅਰਡ E ਸਕੁਏਅਰਡ ਗੁਣਾ 4k ਸਕੁਏਅਰਡ ਹੈ। ਵੇਵ ਫੰਕਸ਼ਨ ਨਾਲ ਕੀ ਹੁੰਦਾ ਹੈ? ਵੇਵ ਫੰਕਸ਼ਨ ਦੀ ਇਲੈਕਟ੍ਰਿਕ ਫੀਲਡ ਦੀ ਅਣਹੋਂਦ ਵਿੱਚ x ਬਰਾਬਰ 0 ਤੇ ਪਹਿਲਾਂ ਇੱਕ ਪੀਕ ਹੋਵੇਗੀ। ਇਲੈਕਟ੍ਰਿਕ ਫੀਲਡ ਦੀ ਮੌਜੂਦਗੀ ਵਿੱਚ ਇਹ qE ਗੁਣਾ 2 ਨਾਲ ਸ਼ਿਫਟ ਹੋ ਜਾਵੇਗੀ। ਤੁਹਾਨੂੰ ਸੋਲਿਊਸ਼ਨ ਕੱਢਣ ਦੀ ਲੋੜ ਹੈ। ਲੋੜ ਨਹੀਂ ਹੈ ਜੇ ਤੁਸੀਂ ਹਾਰਮੋਨਿਕ ਓਸੀਲੇਟਰ ਸੋਲਿਊਸ਼ਨ ਜਾਣਦੇ ਹੋ। ਤੁਸੀਂ ਇਸ ਪੋਟੈਂਸ਼ੀਅਲ ਲਈ ਕਹਿ ਸਕਦੇ ਹੋ ਕਿ ਤੁਸੀਂ ਸਕੁਏਅਰਾਂ ਨੂੰ ਪੂਰਾ ਕਰਨ ਦੀ ਤਰਤੀਬ ਕਰ ਸਕਦੇ ਹੋ, ਅਤੇ ਫਿਰ ਤੁਸੀਂ ਪੜ੍ਹ ਸਕਦੇ ਹੋ ਕਿ ਵੇਵ ਫੰਕਸ਼ਨ ਦੀਆਂ ਪੀਕਾਂ ਨੂੰ ਸ਼ਿਫਟ ਕਰ ਦੇਵੇਗਾ। ਜਿੱਥੇ ਵੀ ਇਹ ਸ਼ਿਫਟ ਹੋ ਜਾਵੇਗਾ ਜਾਂ ਪੂਰਾ ਵੇਵ ਫੰਕਸ਼ਨ ਅਸਲ ਵਿੱਚ ਸ਼ਿਫਟ ਹੋ ਜਾਵੇਗਾ, ਪਰ ਊਰਜਾ ਆਈਗਨ ਵੈਲਿਊ ਨਹੀਂ ਬਦਲਦੇ ਹਨ। ਮੈਂ ਸਿਰਫ ਇਹ ਪੁੱਛ ਰਿਹਾ ਹਾਂ ਕਿ ਜੇਕਰ ਤੁਸੀਂ ਸਟੇਸ਼ਨਰੀ ਸਟੇਟ ਸੋਲਿਊਸ਼ਨਾਂ ਨੂੰ ਸਿਰਫ ਟਾਈਮ ਇੰਡੀਪੈਂਡੈਂਟ ਸੋਲਿਊਸ਼ਨ ਨੂੰ ਦੇਖਦੇ ਹੋਏ ਲੈਂਦੇ ਹੋ, ਤਾਂ ਸੋਲਿਊਸ਼ਨ ਉਸੇ ਵੇਵ ਫੰਕਸ਼ਨ ਪਲੋਟ ਵਰਗਾ ਦਿਖਦਾ ਹੈ, ਪਰ x ਵਿੱਚ ਸ਼ਿਫਟ ਕੀਤਾ ਗਿਆ ਹੈ। ਇਹ ਠੀਕ ਹੈ ਕਿ ਫੇਜ਼ ਫੈਕਟਰ ਟਾਈਮ ਮੁਲਾਂਕਣ ਫੇਜ਼ ਫੈਕਟਰ ਸਾਰੀਆਂ ਸਮੱਸਿਆਵਾਂ ਲਈ ਹੁੰਦਾ ਹੈ। ਇਸ ਲਈ ਜੇਕਰ ਮੈਂ ਤੁਹਾਨੂੰ ਇਹ ਸਮੱਸਿਆ ਦੇਣ ਬਾਰੇ ਪੁੱਛਦੀ ਹਾਂ, ਅਤੇ ਪੁੱਛਦੀ ਹਾਂ ਕਿ ਪਹਿਲਾ ਐਕਸਾਈਟਡ ਸਟੇਟ ਊਰਜਾ ਕੀ ਹੈ, ਤਾਂ ਮੈਂ ਤੁਹਾਨੂੰ ਇਮਤਿਹਾਨ ਵਿੱਚ 10 ਪੰਨਿਆਂ ਦੀ ਕੈਲਕੂਲੇਸ਼ਨ ਕਰਦੇ ਹੋਏ ਦੇਖਾਂਗਾ। ਅਜਿਹਾ ਨਾ ਕਰੋ।
ਸਿਰਫ ਇੱਕ ਲਾਈਨ ਲਿਖਣੀ ਹੈ ਕਿ ਇਹ ਹਾਰਮੋਨਿਕ ਓਸੀਲੇਟਰ ਸੋਲਿਊਸ਼ਨ ਮੰਨਣ ਵਾਲੀ ਟਰਿਕ ਹੈ। ਇਸ ਦੇ 3 ਗੁਣਾ 2h ਕ੍ਰਾਸ ਓਮੇਗਾ ਮਾਈਨਸ Q ਸਕੁਏਰ E ਸਕੁਏਰ ਗੁਣਾ 4K ਸਕੁਏਰ। ਇਹਨਾਂ ਵਿੱਚੋਂ ਬਹੁਤ ਸਾਰੀਆਂ ਪਾਵਰ ਦੀ ਵਰਤੋਂ ਕਰੋ। ਤੁਸੀਂ ਸਧਾਰਨ ਟ੍ਰਿਕਾਂ ਜਾਣਦੇ ਹੋ। ਇਸ ਤੋਂ ਪਹਿਲਾਂ ਕਿ ਤੁਸੀਂ ਮੁਸ਼ਕਿਲ ਕੈਲਕੂਲੇਸ਼ਨਾਂ ਕਰਨ ਲਈ ਜਾਓ, ਇਸ ਲਈ ਕੋਈ ਕੈਲਕੂਲੇਸ਼ਨ ਕਰਨ ਦੀ ਲੋੜ ਨਹੀਂ ਹੈ। ਠੀਕ ਹੈ, ਇਸ ਲਈ ਮੈਂ ਇੱਥੇ ਕਿਹਾ ਹੈ ਕਿ ਸੋਲਿਊਸ਼ਨ x ਪ੍ਰਾਈਮ ਕੋਆਰਡੀਨੇਟ ਦੁਆਰਾ ਤਬਦੀਲ ਕੀਤਾ ਜਾਵੇਗਾ ਅਤੇ ਤੁਸੀਂ ਇਸ ਨੂੰ ਇਸ ਟਰਮਜ਼ ਵਿੱਚ ਦੁਬਾਰਾ ਲਿਖ ਸਕਦੇ ਹੋ ਜੇਕਰ ਤੁਹਾਨੂੰ ਆਪਣਾ ਪਹਿਲਾਂ ਵਾਲਾ ਕੋਆਰਡੀਨੇਟ ਯਾਦ ਹੈ ਕਿ ਮੈਂ ਕਤਾਰਾਂ ਨੂੰ ਕਿਵੇਂ ਲਿਖਿਆ ਸੀ। ਤੁਸੀਂ ਇਸ ਨੂੰ ਦੁਬਾਰਾ ਲਿਖ ਸਕਦੇ ਹੋ ਅਤੇ ਤੁਸੀਂ ਕਹਿ ਸਕਦੇ ਹੋ ਕਿ ਐਕਸਾਈਟਡ ਸਟੇਟ ਲਈ ਊਰਜਾ Rn ਪਲਸ ਅੱਧਾ h ਕ੍ਰਾਸ ਓਮੇਗਾ, ਪਰ ਇਸ ਨੂੰ ਸਮੁੱਚੇ ਤੌਰ ਤੇ ਹਰ ਊਰਜਾ ਪੱਧਰ ਦੁਆਰਾ Q ਸਕੁਏਰ E ਸਕੁਏਰ ਬਾਏ 4K ਸਕੁਏਰ ਦੁਆਰਾ ਨੈਗੇਟਿਵ ਦਿਸ਼ਾ ਵਿੱਚ ਤਬਦੀਲ ਕੀਤਾ ਜਾਂਦਾ ਹੈ। ਇਸ ਲਈ ਕਲਾਸੀਕਲ ਮਕੈਨਿਕਸ ਲੋਰੈਂਟਜ਼ ਫੋਰਸ ਨੂੰ ਦੇਖ ਰਿਹਾ ਹੈ। ਮੈਂ ਇਹ ਮੰਨ ਰਿਹਾ ਹਾਂ ਕਿ ਤੁਸੀਂ ਸਾਰੇ ਲੋਰੈਂਟਜ਼ ਫੋਰਸ ਬਾਰੇ ਜਾਣਦੇ ਹੋ। ਮੰਨ ਲਓ ਕਿ ਤੁਸੀਂ z ਦਿਸ਼ਾ ਦੇ ਨਾਲ ਇੱਕ ਮੈਗਨੈਟਿਕ ਫੀਲਡ ਦੀ ਮੌਜੂਦਗੀ ਵਿੱਚ ਚਾਰਜ ਕੀਤੇ ਪਾਰਟੀਕਲ ਨੂੰ ਵੇਖਣਾ ਚਾਹੁੰਦੇ ਹੋ। ਇਹ ਸਭ ਤੋਂ ਜਨਰਲ ਲੋਰੈਂਟਜ਼ ਫੋਰਸ ਹੈ ਜਿਸ ਵਿੱਚ ਇਲੈਕਟ੍ਰਿਕ ਫੀਲਡ ਅਤੇ ਮੈਗਨੈਟਿਕ ਫੀਲਡ ਸ਼ਾਮਲ ਹਨ। ਪਰ ਮੈਂ ਇਹ ਦੇਖਣ ਦੀ ਕੋਸ਼ਿਸ਼ ਕਰ ਸਕਦਾ ਹਾਂ ਕਿ ਜਦੋਂ ਤੁਸੀਂ z ਦਿਸ਼ਾ ਦੇ ਨਾਲ ਮੈਗਨੈਟਿਕ ਫੀਲਡ ਨੂੰ ਲਾਗੂ ਕਰਦੇ ਹੋ ਤਾਂ ਫੋਰਸ ਕੀ ਹੁੰਦੀ ਹੈ ਅਤੇ B ਨੂੰ ਵੈਕਟਰ ਦੇ ਕਰਲ ਵਜੋਂ ਲਿਖਿਆ ਜਾ ਸਕਦਾ ਹੈ। ਇਸ ਲਈ ਅਸੀਂ ਇਲੈਕਟ੍ਰਿਕ ਫੀਲਡ ਦੀ ਅਣਹੋਂਦ ਨੂੰ ਦੇਖਣ ਜਾ ਰਹੇ ਹਾਂ। ਅਸੀਂ ਕੀ ਕਰਾਂਗੇ? ਉਹ ਨੇਵਲੀ ਹੈ। ਅਸੀਂ ਕਲਾਸੀਕਲ ਮਕੈਨਿਕਸ ਵਿੱਚ ਮੋਮੈਂਟਮ ਨੂੰ ਬਦਲ ਦੇਵਾਂਗੇ। ਇਹ ਉਹ ਹੈ ਜੋ ਅਸੀਂ ਕਲਾਸੀਕਲ ਮਕੈਨਿਕਸ ਵਿੱਚ ਕਰਦੇ ਹਾਂ। ਅਸੀਂ ਇੱਕ ਸ਼ਿਫਟ ਦੁਆਰਾ ਮੋਮੈਂਟਮ ਨੂੰ ਬਦਲਦੇ ਹਾਂ। ਅਸੀਂ ਅਜਿਹਾ ਕਿਉਂ ਕਰਦੇ ਹਾਂ? ਇਸ ਦਾ ਕਾਰਨ ਇਹ ਹੈ ਕਿ ਜੇਕਰ ਅਸੀਂ ਇਸ ਬਦਲਾਅ ਦੇ ਨਾਲ ਲੈਗਰੇਂਜੀਅਨ ਨੂੰ ਲੈਂਦੇ ਹਾਂ ਅਤੇ ਯੂਲਰ ਲੈਗਰੇਂਜੀਅਨ ਇਕੁਏਸ਼ਨਾਂ ਨੂੰ ਲਿਖਦੇ ਹਾਂ ਤਾਂ ਤੁਸੀਂ ਲੋਰੈਂਟਜ਼ ਫੋਰਸ ਵਿੱਚ ਵਾਪਸ ਆ ਜਾਓਗੇ। ਮੈਨੂੰ ਯਕੀਨ ਹੈ ਕਿ ਕਲਾਸੀਕਲ ਮਕੈਨਿਕਸ ਫੋਰਸ ਤੁਸੀਂ ਇਹ ਕੀਤਾ ਹੋਵੇਗਾ। ਤੁਸੀਂ ਇਹ ਨਹੀਂ ਕੀਤਾ ਹੋਵੇਗਾ। ਠੀਕ, ਹੁਣ ਅਸੀਂ ਇਸ ਨੂੰ ਇੱਕ ਡੇਟਾ ਦੇ ਰੂਪ ਵਿੱਚ ਲੈਂਦੇ ਹਾਂ। ਕੁਝ ਪੁਆਇੰਟ ਤੁਹਾਨੂੰ ਇਸ ਬਦਲਾਵ ਲਈ ਯੂਲਰ ਲੈਗਰੇਂਜੀਅਨ ਇਕੁਏਸ਼ਨ ਲਿਖਣੀ ਪਏਗੀ। ਤੁਸੀਂ ਦਿਖਾ ਸਕਦੇ ਹੋ ਕਿ ਤੁਹਾਨੂੰ ਲੋਰੈਂਟਜ਼ ਫੋਰਸ ਸਿਰਫ ਤੁਹਾਨੂੰ ਇੱਕ ਫਲੇਵਰ ਦੇਣ ਲਈ ਪ੍ਰਾਪਤ ਹੁੰਦਾ ਹੈ। ਇੱਕ ਫਰੀ ਪਾਰਟੀਕਲ ਲਈ ਵੇਖੋ, ਤੁਸੀਂ mx ਡਬਲ ਡਾਟ ਨੂੰ 0 ਦੇ ਬਰਾਬਰ ਹੋਣਾ ਚਾਹੁੰਦੇ ਹੋ। ਤੁਸੀਂ ਇਹ ਕਿਵੇਂ ਕਰਦੇ ਹੋ? ਕਲਾਸੀਕਲ ਮਕੈਨਿਕਸ ਵਿੱਚ ਤੁਸੀਂ ਇਸ ਨੂੰ ਅੱਧਾ mx ਡਾਟ ਸਕੁਏਅਰਡ ਵਿੱਚ ਲੈਂਦੇ ਹੋ ਅਤੇ ਫਿਰ ਤੁਹਾਡੇ ਕੋਲ ਲੀਸਟ ਐਕਸ਼ਨ ਅਕਸਟਰੀਮਾਈਜ਼ਿੰਗ ਦਾ ਸਿਧਾਂਤ ਹੈ। ਉਹ ਐਕਸ਼ਨ ਜੋ L dt ਡੈਲਟਾ S 0 ਦੇ ਬਰਾਬਰ ਹੈ ਤੁਹਾਨੂੰ ਦੇਵੇਗਾ del L by del x ਡਾਟ d by dt ਮਾਈਨਸ ਜਾਂ ਇਹ ਹੈ del L by del x। ਇੱਥੇ ਇਸ ਲੈਗਰੇਂਜੀਅਨ ਨੂੰ ਸਬਸਟੀਟਿਊਟ ਕਰਨ ਦੀ ਕੋਸ਼ਿਸ਼ ਕਰੋ ਜੋ ਤੁਹਾਨੂੰ ਦਿੱਤਾ ਗਿਆ ਹੈ। ਇਹ ਪ੍ਰਾਪਤ ਕਰਦੇ ਖਤਮ ਹੋਵੇਗਾ। del by del x ਡਾਟ ਤੁਹਾਨੂੰ ਦੇਵੇਗਾ 2m x ਡਾਟ ਅਤੇ d by dt ਤੁਹਾਨੂੰ ਦੇਵੇਗਾ ਅੱਧਾ ਜੋ ਪਹਿਲਾਂ ਹੀ ਉੱਥੇ ਹੈ। ਇਸ ਦਾ mx ਡਬਲ ਡਾਟ ਅਤੇ del L del x ਇਸ ਲਈ 0 ਹੈ। ਇਸ ਲਈ ਤੁਸੀਂ ਇੱਕ ਪਾਰਟੀਕਲ n ਲਈ ਇਹ ਇਕੁਏਸ਼ਨ ਇਸੇ ਤਰ੍ਹਾਂ ਪ੍ਰਾਪਤ ਕਰਦੇ ਹੋ। ਇਸੇ ਤਰ੍ਹਾਂ ਤੁਸੀਂ ਇੱਕ ਮੈਗਨੈਟਿਕ ਫੀਲਡ ਵਿੱਚ ਇੱਕ ਪਾਰਟੀਕਲ ਲਈ ਵੀ ਕਰ ਸਕਦੇ ਹੋ। ਇਸ ਲਈ ਜੋ ਤੁਸੀਂ ਆਪਣਾ ਲੈਗਰੇਂਜੀਅਨ ਲਿਖਣ ਦੀ ਕੋਸ਼ਿਸ਼ ਕਰ ਸਕਦੇ ਹੋ, ਤੁਹਾਡੇ ਕੋਲ ਇੱਕ ਟਰਮ ਹੋਵੇਗੀ ਜਿੱਥੇ ਤੁਸੀਂ ਇਸ ਨੂੰ x ਡਾਟ ਸਕੁਏਅਰ ਦੀ ਟਰਮਜ਼ ਵਿੱਚ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰ ਸਕਦੇ ਹੋ। ਇਸ ਲਈ ਜੋ ਤੁਸੀਂ ਅਸਲ ਵਿੱਚ ਲੈਗਰੇਂਜੀਅਨ ਸਹੀ ਨਹੀਂ ਹੈ ਜਦੋਂ ਤੁਹਾਨੂੰ ਮੋਮੈਂਟਮ ਲਿਖਣਾ ਪਵੇਗਾ। ਇਹ ਹੈਮਿਲਟੋਨੀਅਨ ਬਣ ਜਾਂਦਾ ਹੈ ਕਿ ਹੈਮਿਲਟੋਨੀਅਨ ਲੈਗਰੇਂਜੀਅਨ Q ਡਾਟ ਨਾਲ ਕਿਵੇਂ ਸੰਬੰਧਿਤ ਹੈ? ਇਹ ਲੈਜੈਂਡਰ ਟਰਾਂਸਫਾਰਮ ਹੈ ਜੋ ਤੁਹਾਨੂੰ x ਅਤੇ p ਦਾ ਇੱਕ ਫੰਕਸ਼ਨ ਦੇਵੇਗਾ ਅਤੇ ਇਹ x ਅਤੇ x ਡਾਟ ਦਾ ਇੱਕ ਫੰਕਸ਼ਨ ਹੈ। ਅਤੇ ਤੁਸੀਂ ਲਿਖ ਸਕਦੇ ਹੋ ਕਿ ਹੈਮਿਲਟੋਨੀਅਨ ਕੀ ਹੈ ਅਤੇ ਉੱਥੇ ਮੋਸ਼ਨ ਦੇ ਇਕੁਏਸ਼ਨਾਂ ਨੂੰ ਵੀ ਦੇਖ ਸਕਦੇ ਹੋ। ਇਸ ਲਈ ਮੈਂ ਜੋ ਕਹਿ ਰਿਹਾ ਹਾਂ ਉਹ ਇਹ ਹੈ ਕਿ ਇੱਕ ਮੈਗਨੈਟਿਕ ਫੀਲਡ ਵਿੱਚ ਪਾਰਟੀਕਲ ਲਈ ਜੇਕਰ ਤੁਸੀਂ p by p ਮਾਈਨਸ e by c ਨਾਲ ਬਦਲਦੇ ਹੋ ਤਾਂ ਪੂਰੇ ਸਕੁਏਅਰਡ ਨੂੰ 2m ਫਰੀ ਪਾਰਟੀਕਲ ਨਾਲ ਬਦਲਦੇ ਹੋ ਅਤੇ ਜੇਕਰ ਤੁਸੀਂ ਉਪਰੋਕਤ ਦੀ ਵਰਤੋਂ ਕਰਦੇ ਹੋਏ ਆਪਣੇ ਜਾਂ ਤਾਂ ਯੂਲਰ ਲੈਗਰੇਂਜੀਅਨ ਇਕੁਏਸ਼ਨ ਨੂੰ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰਦੇ ਹੋ, ਉਪਰੋਕਤ ਜਾਂ ਹੈਮਿਲਟਨ ਇਕੁਏਸ਼ਨ ਅਤੇ ਇਸ ਨੂੰ ਦੂਜੇ ਆਰਡਰ ਦੀ ਡਿਫਰੈਂਸ਼ੀਅਲ ਇਕੁਏਸ਼ਨ ਵਿੱਚ ਬਦਲ ਦਿਓ, ਤੁਹਾਨੂੰ ਅੰਤ ਤੇ ਫੋਰਸ ਪ੍ਰਾਪਤ ਹੋ ਜਾਵੇਗੀ ਜੋ ਕਿ ਲੋਰੈਂਟਜ਼ ਫੋਰਸ ਹੈ। ਇਹ ਮੈਂ ਤੁਹਾਨੂੰ ਇਲੈਕਟ੍ਰਿਕ ਫੀਲਡ ਦੀ ਅਣਹੋਂਦ ਵਿੱਚ ਵਧੀਆ ਸਲੋ ਦੀ ਜਾਂਚ ਕਰਨ ਲਈ ਛੱਡਦਾ ਹਾਂ। ਤੁਸੀਂ ਲੋਰੈਂਟਜ਼ ਫੋਰਸ ਨਾਲ ਸੰਪਰਕ ਕਰਨ ਲਈ ਇੱਕ ਸ਼ਿਫਟਿੰਗ ਕਰ ਸਕਦੇ ਹੋ ਅਤੇ
ਆਓ ਵੈਕਟਰ ਪੋਟੈਂਸ਼ੀਅਲ ਲਈ ਇੱਕ ਖਾਸ ਚੋਣ ਕਰੀਏ। ਇਹ ਸਾਡੇ ਹੱਥਾਂ ਵਿੱਚ ਹੈ। ਇਹ ਸਾਡੇ ਹੱਥਾਂ ਵਿੱਚ ਕਿਉਂ ਹੈ? ਤੁਸੀਂ ਇੱਕੋ ਇਲੈਕਟ੍ਰਿਕ ਫੀਲਡ ਅਤੇ ਮੈਗਨੇਟਿਕ ਫੀਲਡ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ, ਪਰ ਵੱਖ-ਵੱਖ ਕੇਸ, ਜੋ ਕਿ ਗੇਜ ਪਰਿਵਰਤਨ ਦੁਆਰਾ ਸੰਬੰਧਿਤ ਹਨ। ਠੀਕ ਹੈ, ਤੁਸੀਂ ਇੱਕ ਹੋਰ ਵਿਕਲਪ ਚੁਣ ਸਕਦੇ ਹੋ। ਹੋਰ ਇਹ ਜਿਵੇਂ ਕਿ ਕਰਲੇ ਤੁਹਾਨੂੰ ਉਹੀ ਮੈਗਨੇਟਿਕ ਫੀਲਡ ਦੇਵੇਗੀ, ਅਤੇ ਇਸੇ ਤਰ੍ਹਾਂ ਸੰਬੰਧਿਤ ਇਲੈਕਟ੍ਰਿਕ ਫੀਲਡ ਜੇਕਰ ਤੁਸੀਂ ਲੱਭਣਾ ਚਾਹੁੰਦੇ ਹੋ। ਇਸ ਲਈ ਇਹ ਇੱਕ ਵਿਕਲਪ ਹੈ। ਇਹ ਇੱਕ ਵਿਕਲਪ ਹੈ ਜੋ ਮੈਨੂੰ Z ਦਿਸ਼ਾ ਦੇ ਨਾਲ ਮੈਗਨੇਟਿਕ ਫੀਲਡ ਦੇਵੇਗਾ। ਇਸ ਲਈ ਫੋਰਸ ਸਿਧਾਂਤ ਜੋ ਕਿ dt ਦੁਆਰਾ dp ਪ੍ਰਾਈਮ ਹੈ, ਇਹ ਹੈ ਜੋ ਮੈਂ ਕਹਿ ਰਿਹਾ ਸੀ ਕਿ ਤੁਸੀਂ ਇਹਦੀ ਇਸ ਚੋਣ ਨਾਲ ਹੈਮਿਲਟੋਨੀਅਨ ਲਿਖ ਸਕਦੇ ਹੋ। ਇਹ ਇੱਕ ਖਾਸ ਚੋਣ ਹੈ। ਮੈਨੂੰ ਇਹ ਹੈਮਿਲਟੋਨੀਅਨ ਮਿਲਦਾ ਹੈ। ਹੁਣ ਇਸ ਹੈਮਿਲਟੋਨੀਅਨ ਨੂੰ ਦੇਖੋ ਅਤੇ ਮੈਨੂੰ ਦੱਸੋ ਕਿ ਕੀ ਹੋ ਰਿਹਾ ਹੈ। ਤਾਂ ਚਲੋ ਉਹਨਾਂ C ਨੂੰ ਇੱਕ ਹੀ ਰੱਖਣ ਲਈ ਸਿਰਫ ਤੁਹਾਡੇ ਲਈ C ਨੂੰ ਵੀ ਕਈ ਟਾਈਮ ਪਾ ਸਕਦੇ ਹਾਂ। ਜੋ ਅਸੀਂ ਕਰਦੇ ਹਾਂ, ਅਸੀਂ m ਬਰਾਬਰ 1 ਦੇ C ਬਰਾਬਰ 1 ਦੇ ਪਾ ਸਕਦੇ ਹਾਂ। ਹੋ ਸਕਦਾ ਹੈ ਕਿ ਮੈਂ ਮਕੈਨੀਕਲੀ ਤੌਰ ਤੇ ਪਾਵਾਂ ਜਿਸ ਵਿੱਚ ਲਿਖਿਆ ਨਹੀਂ ਹੈ। ਠੀਕ ਹੈ, ਪਰ ਹੈਮਿਲਟੋਨੀਅਨ ਨੂੰ ਦੇਖੋ। ਮੈਂ P ਪ੍ਰਾਈਮ ਨੂੰ P ਮਾਈਨਸ E A ਬਾਏ C ਵਿੱਚ ਬਦਲਿਆ ਹੈ ਅਤੇ ਵੱਡੇ A ਵੈਕਟਰ ਪੋਟੈਂਸ਼ੀਅਲ ਵੈਕਟਰ ਨੂੰ ਮਾਈਨਸ by ਕਰਨ ਲਈ ਮੈਂ AX ਕੰਪੋਨੈਂਟ ਦੀ ਚੋਣ ਕਰ ਰਿਹਾ ਹਾਂ। ਇਸ ਲਈ ਇੱਥੇ A ਬਾਏ C ਹੋਣਾ ਚਾਹੀਦਾ ਹੈ, ਜਿਵੇਂ ਕਿ ਉਹ ਇਸ ਨੂੰ ਬਾਹਰ ਵੱਲ ਪੁਆਇੰਟ ਕਰ ਰਿਹਾ ਸੀ। ਆਓ ਹੁਣੇ ਸ਼ਿਫਟ ਕੀਤੇ C ਨੂੰ ਪਾਉਂਦੇ ਹਾਂ ਜੋ 1 ਦੇ ਬਰਾਬਰ ਹੈ। ਇਹੀ bx ਤੇ ਸ਼ਿਫਟ ਦੁਆਰਾ ਹੈ। ਕੀ ਇਹ ਸਹੀ ਹੈ? ਇਹ ਤੁਹਾਨੂੰ A ਦੇ Z ਡਾਇਰੈਕਟੀ ਕਰਲ ਦੇ ਨਾਲ ਮੈਗਨੇਟਿਕ ਫੀਲਡ ਦਿੰਦਾ ਹੈ। ਜੇਕਰ ਤੁਸੀਂ ਕਰਦੇ ਹੋ ਤਾਂ ਤੁਹਾਨੂੰ BZ ਨੂੰ B ਹੋਣਾ ਚਾਹੀਦਾ ਹੈ। ਅਸੀਂ ਵੇਵ ਫੰਕਸ਼ਨਾਂ ਨੂੰ ਕਿਵੇਂ ਵੱਖ ਕਰਦੇ ਹਾਂ? ਯਕੀਨੀ ਤੌਰ ਤੇ Z ਕੋਆਰਡੀਨੇਟ A ਵਰਗਾ ਹੈ। ਫਰੀਭਾਗ X ਅਤੇ Y ਜੋੜਿਆ ਗਿਆ ਹੈ। ਇੱਥੇ ਇੱਕ Y ਟਰਮ ਕਿਉਂ ਹੈ ਅਤੇ ਇੱਥੇ PY ਟਰਮ ਹੈ, ਅਤੇ Y ਦੇ ਨਾਲ ਇੱਕ ਕ੍ਰਾਸ ਟਰਮ PX ਵੀ ਹੈ। ਅਸੀਂ XY ਵੇਵ ਫੰਕਸ਼ਨ ਨੂੰ ਵੱਖ ਨਹੀਂ ਕਰ ਸਕਦੇ ਹਾਂ, ਪਰ ਤੁਸੀਂ Z ਵੇਵ ਫੰਕਸ਼ਨ ਨੂੰ ਵੱਖ ਕਰ ਸਕਦੇ ਹੋ। ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਦੇਖਣਾ ਪਏਗਾ ਅਤੇ ਇਹ ਦੇਖਣਾ ਹੋਵੇਗਾ ਕਿ ਸੋਲਿਊਸ਼ਨ ਕਿਵੇਂ ਲਿਖਣਾ ਹੈ। ਫਿਰ ਤੁਸੀਂ ਟ੍ਰਾਇਲ ਫੰਕਸ਼ਨ ਵੀ ਬਣਾ ਸਕਦੇ ਹੋ। ਤੁਸੀਂ ਕਪਲਡ XY ਕੰਪੋਨੈਂਟਸ ਲਈ ਵੱਖ-ਵੱਖ ਟ੍ਰਾਇਲ ਫੰਕਸ਼ਨਾਂ ਨੂੰ ਅਜ਼ਮਾਉਣਾ ਸ਼ੁਰੂ ਕਰ ਸਕਦੇ ਹੋ। ਜੇਕਰ ਮੈਂ ਪਲੱਗ ਇਨ ਕਰਦਾ ਹਾਂ ਅਤੇ X ਦੀਆਂ ਪਾਵਰਾਂ ਦੀ ਤੁਲਨਾ Y ਦੀਆਂ ਪਾਵਰਾਂ ਦੀ ਤੁਲਨਾ ਕਰਦਾ ਹਾਂ, ਜੇਕਰ ਮੈਨੂੰ ਇਕਸਾਰ ਸੋਲਿਊਸ਼ਨ ਮਿਲਦਾ ਹੈ ਤਾਂ ਇਹ ਵੀ ਇੱਕ ਸੋਲਿਊਸ਼ਨ ਹੈ। ਇਹ ਉਹ ਹੈ ਜੋ ਤੁਸੀਂ ਆਪਣੇ ਪਹਿਲੇ ਕੋਰਸ ਵਿੱਚ ਕੀਤਾ ਹੈ। ਤੁਸੀਂ ਇੱਕ ਅਜ਼ਮਾਇਸ਼ ਫੰਕਸ਼ਨ ਦਿੱਤਾ ਹੈ ਅਤੇ ਤੁਸੀਂ X ਦੀਆਂ ਪਾਵਰਾਂ ਦੀ ਤੁਲਨਾ ਕਰਦੇ ਹੋ ਅਤੇ ਲੱਭਦੇ ਹੋ ਕਿ ਊਰਜਾ ਆਈਗਨ ਵੈਲਿਊ ਕੀ ਹੈ। ਇਹ ਵੀ ਕੀਤਾ ਜਾ ਸਕਦਾ ਹੈ। ਪਰ ਇਸ ਤੋਂ ਪਹਿਲਾਂ ਕਿ ਅਸੀਂ ਅਜਿਹਾ ਕਰੀਏ, ਇਸ ਨੂੰ ਦੇਖਦੇ ਹਾਂ ਅਤੇ ਦੇਖਦੇ ਹਾਂ ਕਿ ਉਹਨਾਂ ਨੂੰ ਇੱਕ ਫੰਕਸ਼ਨ ਕਿਵੇਂ ਵੱਖ ਕਰਨਾ ਹੈ ਅਤੇ ਅਸੀਂ ਜਾਣਦੇ ਹਾਂ। ਇਸ ਲਈ ਤੁਸੀਂ ਦੇਖੋਗੇ ਕਿ ਹੈਮਿਲਟੋਨੀਅਨ ਆਪਰੇਟਰ ਨੂੰ X ਅਤੇ Y ਕੋਆਰਡੀਨੇਟਸ ਦੇ ਨਾਲ ਕਪਲਡ ਇੱਕ ਵਜੋਂ ਵੱਖ ਕੀਤਾ ਜਾ ਸਕਦਾ ਹੈ, ਅਤੇ Z ਲਈ ਹੈਮਿਲਟੋਨੀਅਨ ਜੋ ਕਿ ਸਿਰਫ PZ ਸਕੁਏਅਰਡ ਓਵਰ 2m ਹੈ, ਜਿਸ ਦਾ ਮਤਲਬ ਹੈ ਕਿ ਮੈਂ XYZ ਦੇ ਸਾਈ ਨੂੰ Z ਦੇ ਫਾਈ ਦੇ ਰੂਪ ਵਿੱਚ ਲਿਖ ਸਕਦਾ ਹਾਂ। ਇਸ ਲਈ ਵੇਰੀਏਬਲਾਂ ਨੂੰ ਵੱਖ ਕਰਨਾ ਅਤੇ ਤੁਹਾਡੇ ਕੋਲ P ਮਾਈਨਸ ਹੈ। ਮੈਂ ਸਮੱਸਿਆ ਦਾ ਹੱਲ ਕਰਾਂਗਾ। ਇਹ ਨਹੀਂ, ਇਹ ਕਿਉਂ ਨਹੀਂ? ਮੈਨੂੰ ਇਹ ਲੱਭਣਾ ਪੈਣਾ ਹੈ ਕਿ ਕੁੱਲ E ਕੀ ਹੈ। ਮੈਨੂੰ ਇਹ ਲੱਭਣਾ ਪੈਣਾ ਹੈ ਕਿ E1 ਕੀ ਹੈ। ਮੈਨੂੰ ਲੱਭਣਾ ਪੈਣਾ ਹੈ ਟੌਪ XY ਕੀ ਹੈ। Z ਦਾ ਫਾਈ ਮੈਨੂੰ ਪਤਾ ਹੈ। Z ਦਾ ਫਾਈ ਮੈਨੂੰ ਕਿਉਂ ਪਤਾ ਹੈ? ਇਹ ਕੇਵਲ ਇੱਕ ਫਰੀ ਪਾਰਟੀਕਲ ਇਕੁਏਸ਼ਨ ਹੈ, ਜੋ ਕਿ ਇੱਕ ਡਾਇਮੈਂਸ਼ਨਲ ਸਟੈਪ ਪੋਟੈਂਸ਼ੀਅਲ ਵਿੱਚ ਵੀ ਅਜਿਹਾ ਕਰ ਰਿਹਾ ਹੈ। ਇਸ ਲਈ ਫਰੀ ਪਾਰਟੀਕਲ ਦੇ ਰੂਪ ਵਿੱਚ Z ਦਾ ਸੋਲਿਊਸ਼ਨ ਕਿ ਸਬਸਕ੍ਰਿਪਟ Z ਪਾ ਰਿਹਾ ਹੈ, ਜਿੱਥੇ ਕਿ ਸਬਸਕ੍ਰਿਪਟ Z 2me-E1 ਦਾ ਰੂਟ ਹੈ। ਇਸ ਲਈ ਹੁਣ ਸਾਡੇ ਕੋਲ ਕੋਈ ਰਸਤਾ ਨਹੀਂ ਹੈ ਜਿਸ ਵਿੱਚ ਅਸੀਂ XY ਨੂੰ ਵਰਤ ਕੇ ਠੀਕ ਕਰ ਸਕੀਏ। ਅਸੀਂ ਇੱਕ ਟ੍ਰਾਇਲ ਸੋਲਿਊਸ਼ਨ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਲਈ ਇਹ ਇੱਕ ਟ੍ਰਾਇਲ ਸੋਲਿਊਸ਼ਨ ਹੈ, ਇਹ ਡੈਰੀਵੇਸ਼ਨ ਨਹੀਂ ਹੈ। ਮੈਂ ਇਸ ਸੋਲਿਊਸ਼ਨ ਨੂੰ ਇਸ ਇਕੁਏਸ਼ਨ ਵਿੱਚ ਜੋੜਨਾ ਚਾਹੁੰਦਾ ਹਾਂ, ਅਤੇ ਦੇਖੋ ਕਿ ਤੁਸੀਂ ਇਸ ਵਿੱਚ ਕੀ ਪ੍ਰਾਪਤ ਕਰਦੇ ਹੋ। ਉਹ ਚੀਜ਼ਾਂ ਜੋ ਤੁਸੀਂ ਇੱਥੇ ਦੇਖ ਸਕਦੇ ਹੋ, ਉਹ ਇੱਕ ਦਿਖਾਵਾ ਜਿਵੇਂ X ਦਿਸ਼ਾ ਵਿੱਚ ਇੱਕ ਫਰੀ ਪਾਰਟੀਕਲ ਹੋਵੇ, ਪਰ ਫਿਰ Y ਕੰਪੋਨੈਂਟ ਨੂੰ ਇਸ kx ਦੁਆਰਾ ਕਿਸੇ ਤਰੀਕੇ ਨਾਲ ਨਿਰਧਾਰਤ ਕੀਤਾ ਜਾਂਦਾ ਹੈ। ਇਹ ਅਸਲ ਵਿੱਚ ਵੱਖਰਾ ਨਹੀਂ ਹੈ, ਇਹ Y ਦਾ f ਇਸ ਤੋਂ ਇੰਡੀਪੈਂਡੈਂਟ ਨਹੀਂ ਹੈ। ਇੱਥੇ ਇੱਕ kx ਹੈ ਜੋ ਦਿਖਾਈ ਦਿੰਦਾ ਹੈ। ਇਸ ਲਈ ਇਹ ਇੱਕ ਤਰੀਕਾ ਹੈ ਜੋ ਮੈਂ ਇਸ ਇਕੁਏਸ਼ਨ ਵਿੱਚ ਇੱਕ ਪ੍ਰਸ਼ੰਸਾਯੋਗ ਹੱਲ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਜਾਂ ਇਸ ਨੂੰ ਇੱਕ ਟ੍ਰਾਇਲ ਸੋਲਿਊਸ਼ਨ ਵਜੋਂ ਲੈ ਰਿਹਾ ਹਾਂ, ਅਤੇ ਇਸ ਨੂੰ ਉਪਰੋਕਤ ਇਕੁਏਸ਼ਨ ਨਾਲ ਜੋੜਾਂਗਾ। ਤਾਂ ਆਓ ਇਸ ਨੂੰ ਪਲੱਗ ਇਨ ਕਰੀਏ ਅਤੇ ਟੌਪ ਇਕੁਏਸ਼ਨ ਨੂੰ ਲਿਖੋ। ਕੀ ਤੁਸੀਂ ਇਸ ਨੂੰ ਪਲੱਗ ਇਨ ਕਰ ਸਕਦੇ ਹੋ ਅਤੇ ਜਾਂਚ ਕਰ ਸਕਦੇ ਹੋ ਕਿ ਕੀ ਤੁਹਾਨੂੰ ਇਹ ਮਿਲਦਾ ਹੈ?
ਤਾਂ ਇੱਥੇ ਇਹ px ਸਕੁਏਅਰਡ ਹੋਵੇਗਾ। px ਸਕੁਏਅਰਡ ਤੁਹਾਨੂੰ ਇਹ kx ਸਕੁਏਅਰਡ ਦੇਵੇਗਾ, ਕਿਉਂਕਿ ਤੁਹਾਡੇ ਕੋਲ ਇਹ del by del x ਮਾਈਨਸ i ਕ੍ਰਾਸ del by del x ਤੁਹਾਨੂੰ kx ਦੇਵੇਗਾ। ਇਸ ਲਈ ਇਸ ਨੂੰ ਸਬਸਟੀਟਿਊਟ ਅਤੇ ਜਾਂਚ ਕਰੋ ਕਿ ਕੀ ਤੁਹਾਨੂੰ ਇਹ ਮਿਲਦਾ ਹੈ। ਮੈਂ ਇਸ ਨੂੰ ਇਸ ਤਰੀਕੇ ਨਾਲ ਕਿਸੇ ਸਵਾਰਥੀ ਕਾਰਨ ਕਰਕੇ ਲਿਖਿਆ ਹੈ। ਹਾਰਮੋਨਿਕ ਓਸੀਲੇਟਰ ਸ਼ਿਫਟ ਕੀਤੇ ਹਾਰਮੋਨਿਕ ਓਸੀਲੇਟਰ ਵਰਗਾ ਲੱਗਦਾ ਹੈ, ਪਰ ਸ਼ਿਫਟ ਮੈਗਨੈਟਿਕ ਫੀਲਡ ਤੇ ਡਿਪੈਂਡੈਂਟ ਹੈ, ਅਤੇ kx ਜੋ ਕਿ x ਕੰਪੋਨੈਂਟ ਵੇਵ ਫੰਕਸ਼ਨ ਹੈ, ਇਹ ਬਿਲਕੁਲ ਵੱਖਰਾ ਹੈ। ਇਹ ਨਹੀਂ ਹੈ। ਜੇ ਮੈਂ ਤੁਹਾਨੂੰ ਨਹੀਂ ਦਿੱਤਾ ਤਾਂ ਤੁਸੀਂ ਇਸ ਤੱਕ ਨਹੀਂ ਪਹੁੰਚ ਸਕੋਗੇ। ਪਰ ਜੇਕਰ ਮੰਨ ਲਓ ਕਿ ਮੈਂ ਤੁਹਾਨੂੰ ਇਹ ਟ੍ਰਾਇਲ ਫੰਕਸ਼ਨ ਦਿੰਦਾ ਹਾਂ, ਤਾਂ ਤੁਸੀਂ ਇੱਕ ਵੱਖਰੇ ਤਰੀਕੇ ਨਾਲ ਕਰੋਗੇ, ਜਿੱਥੇ ਅਸੀਂ ਇਹ ਮਹਿਸੂਸ ਕਰਾਂਗੇ। ਮੈਂ ਸਿਰਫ ਇਹ ਚਾਹੁੰਦਾ ਹਾਂ ਕਿ ਤੁਸੀਂ ਹਾਰਮੋਨਿਕ ਓਸੀਲੇਟਰ ਨੂੰ ਜਾਣਦੇ ਹੋਏ ਵੱਖ-ਵੱਖ ਕਿਸਮਾਂ ਦੀਆਂ ਪੋਟੈਂਸ਼ੀਅਲ ਐਨਰਜੀ ਦਾ ਅਨੁਭਵ ਕਰੋ। ਕੀ ਤੁਸੀਂ ਇਹਨਾਂ ਵਿੱਚੋਂ ਕੁਝ ਸਮੱਸਿਆਵਾਂ ਨੂੰ ਸਖਤੀ ਨਾਲ ਕੋਸ਼ਿਸ਼ ਕੀਤੇ ਬਿਨਾਂ ਕਰ ਸਕਦੇ ਹੋ? ਕੋਸ਼ਿਸ਼ ਕਰੋ ਅਤੇ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਹੱਲ ਕਰੋ, ਜੋ ਮੁੱਖ ਉਦੇਸ਼ ਹੈ। ਕਿਉਂਕਿ ਮੈਂ ਇਹ ਫਾਰਮ ਦਿੱਤਾ ਹੈ, ਅਤੇ ਜੇਕਰ ਤੁਸੀਂ ਇਸ ਨੂੰ ਪਲੱਗ ਇਨ ਕਰਦੇ ਹੋ, ਤਾਂ ਤੁਸੀਂ ਦੇਖੋਗੇ ਕਿ ਆਪਰੇਟਰ ਡਿਫਰੈਂਸ਼ੀਅਲ ਆਪਰੇਟਰ ਜੋ ਤੁਹਾਡੇ ਕੋਲ ਇੱਥੇ ਹੈਮਿਲਟੋਨੀਅਨ ਆਪਰੇਟਰ ਹੈ, ਇਹ ਦੋਵੇਂ ਸਾਈਡਾਂ ਤੁਹਾਡੇ ਟਾਈਮ ਇੰਡੀਪੈਂਡੈਂਟ ਸਿਧਾਂਤਾਂ ਵਾਂਗ ਆਈਗਨ ਫੰਕਸ਼ਨ ਹਨ। ਪਰ ਤੁਸੀਂ ਇੱਥੋਂ ਪੜ੍ਹ ਸਕਦੇ ਹੋ ਕਿ ਇੱਥੇ ਇੱਕ ਫ੍ਰੀਕੁਏਂਸੀ ਹੈ, ਓਮੇਗਾ ਸਕੁਏਅਰਡ EB by m ਹੈ। EB by m ਓਮੇਗਾ ਸਕੁਏਅਰ ਦਾ ਪੂਰਾ ਸਕੁਏਅਰ ਹੈ, ਅਤੇ ਇਹ ਇਸ ਸ਼ਿਫਟ y0 ਦੇ ਨਾਲ ਇੱਕ ਸ਼ਿਫਟ ਕੀਤਾ ਓਸੀਲੇਟਰ ਹੈ, ਜੋ x ਕੰਪੋਨੈਂਟ ਕੁਆਂਟਮ ਨੰਬਰ kx ਡਿਪੈਂਡੈਂਟ ਹੈ, ਅਤੇ ਮੈਗਨੈਟਿਕ ਫੀਲਿੰਗ ਪ੍ਰੋਪੋਰਸ਼ਨਲ ਸੀ। ਤਾਂ ਹੁਣ ਸੋਲਿਊਸ਼ਨ ਕੀ ਹੋਵੇਗਾ? ਅਸੀਂ ਇਹ ਲਿਖਣ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿ y ਦਾ f kx ਕੀ ਹੈ। ਹੁਣ ਤੁਸੀਂ ਇਹ ਵੀ ਦੇਖੋਗੇ ਕਿ ਮੰਨ ਲਓ ਕਿ kx ਡਿਪੈਂਡੈਂਸ ਦਿਖਾਈ ਦੇ ਰਹੀ ਹੈ, ਜਿੱਥੇ ਪੀਕ ਜਾਂ ਵੇਵ ਫੰਕਸ਼ਨ ਸ਼ਿਫਟ ਹੋਵੇਗਾ, ਜੇਕਰ ਕਿ x y ਕੋਆਰਡੀਨੇਟ ਵਿੱਚ ਤੁਹਾਡੇ ਆਮ ਹਾਰਮੋਨਿਕ ਓਸੀਲੇਟਰ ਵਾਂਗ ਦਿਖਣ ਲਈ 0 ਹੈ। ਜੇ kx ਨਾਨ-ਜ਼ੀਰੋ ਹੈ, ਜੇ ਇਹ ਪੋਜ਼ਿਟਿਵ ਹੈ ਤਾਂ ਇਹ ਪੋਜ਼ਿਟਿਵ y ਐਕਸਿਸ ਤੇ ਸ਼ਿਫਟ ਹੋ ਜਾਵੇਗਾ। ਜੇ ਇਹ ਨੈਗੇਟਿਵ ਹੈ ਤਾਂ ਅਸੀਂ ਨੈਗੇਟਿਵ y ਐਕਸਿਸ ਤੇ ਸ਼ਿਫਟ ਕਰਾਂਗੇ। ਸਮਝ ਆ ਗਿਆ? ਇਹ ਪੜ੍ਹਾ ਕਿਰਪਾ ਕਰਕੇ ਇਸ ਨੂੰ ਕਰੋ, ਇਸ ਨੂੰ ਸਬਸਟੀਟਿਊਟ ਕਰੋ, ਇਸ ਇਕੁਏਸ਼ਨ ਵਿੱਚ ਬਦਲੋ ਅਤੇ ਪੁਸ਼ਟੀ ਕਰੋ ਕਿ ਇਹ z ਹੈ। ਜੇਕਰ ਤੁਸੀਂ ਪਹਿਲਾਂ ਹੀ ਨਹੀਂ ਕੀਤਾ ਹੈ, ਤਾਂ ਕਿਰਪਾ ਕਰਕੇ ਇਸ ਨੂੰ ਭਰੋ। ਤਾਂ ਫਿਰ ਇਹ ਇੱਕ ਸ਼ਿਫਟ ਓਸੀਲੇਟਰ ਹੈ, ਅਤੇ ਓਸੀਲੇਟਰ ਦੀ ਫ੍ਰੀਕੁਏਂਸੀ ਵੀ ਦਿੱਤੇ ਗਏ ਇਕੁਏਸ਼ਨ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ, ਜੋ EB by m ਹੈ। ਤਾਂ ਊਰਜਾ ਕੀ ਹੋਵੇਗੀ? ਅੱਧਾ h ਕ੍ਰਾਸ ਓਮੇਗਾ EB by m ਗਰਾਊਂਡ ਸਟੇਟ ਲਈ ਹੋਰ ਸਟੇਟਸ n ਪਲਸ ਅੱਧਾ h ਕ੍ਰਾਸ ਓਮੇਗਾ CB by n ਹੈ। ਅੰਤ ਵਿੱਚ ਅਸੀਂ ਦੇਖਦੇ ਹਾਂ ਕਿ ਅਸੀਂ ਅਸਲ ਵਿੱਚ ਇਸ ਤਰ੍ਹਾਂ ਦਾ ਸੋਲਿਊਸ਼ਨ ਲੱਭ ਸਕਦੇ ਹਾਂ, ਜਿਵੇਂ ਕਿ E ਨੂੰ ikx ਅਤੇ ਫਿਰ Fn ਸ਼ਿਫਟ ਕੀਤਾ y ਤੋਂ y ਪ੍ਰਾਈਮ ਨਾਲ, ਅਤੇ ਉਚਿਤ ਤੌਰ ਤੇ ਤੁਸੀਂ ਇਸ ਨੂੰ m ਓਮੇਗਾ h ਕ੍ਰਾਸ ਲਿਖ ਸਕਦੇ ਸੀ। ਈਜੇਨ ਵੈਲਿਊ ਲਗਾ ਕੇ ਨਵੇਂ ਕੋਆਰਡੀਨੇਟ ਦੇ ਰੂਪ ਵਿੱਚ ਲਿਖ ਸਕਦੇ ਹੋ। ਇਹ ਹੋਵੇਗਾ n ਪਲੱਗ ਅੱਧਾ h ਕ੍ਰਾਸ ਓਮੇਗਾ, ਜਿੱਥੇ ਓਮੇਗਾ EB by n ਹੈ ਕਿ ਊਰਜਾ ਜਾਂ ਕੁਝ ਹੋਰ, ਉੱਥੇ z ਕੋਆਰਡੀਨੇਟ ਊਰਜਾ ਇਸ ਵਿੱਚ ਸ਼ਾਮਿਲ ਕੀਤੀ ਜਾਣੀ ਚਾਹੀਦੀ ਹੈ। ਇਸ ਲਈ ਇੱਕ ਮੈਗਨੈਟਿਕ ਫੀਲਡ ਦੇ ਅਧੀਨ ਇੱਕ ਪਾਰਟੀਕਲ ਲਈ 3 ਡਾਇਮੈਂਸ਼ਨਾਂ ਵਿੱਚ ਕੁੱਲ ਸੋਲਿਊਸ਼ਨ। ਅਸੀਂ ਵੈਕਟਰ ਪੋਟੈਂਸ਼ੀਅਲ ਮੈਗਨੈਟਿਕ ਫੀਲਡ ਲਈ ਇੱਕ ਢੁਕਵੀਂ ਚੋਣ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ, ਜੋ z ਦਿਸ਼ਾ ਦੇ ਨਾਲ ਹੈ। ਤੁਸੀਂ ਵੈਕਟਰ ਪੋਟੈਂਸ਼ੀਅਲ ਲਈ ਇੱਕ ਢੁਕਵੀਂ ਚੋਣ ਕਰਦੇ ਹੋ, ਅਤੇ ਵੱਖ ਕਰਨ ਯੋਗ ਫੰਕਸ਼ਨਾਂ ਲਈ ਇੱਕ un ਖੋਜ ਦੇਣ ਦੀ ਕੋਸ਼ਿਸ਼ ਕਰਦੇ ਹੋ। ik z ਹੈ। z ਵੱਖ ਕੀਤਾ ਗਿਆ ਹੈ, ਪਰ ਫਿਰ x ਅਤੇ y ਜੁੜੇ ਹੋਏ ਹਨ। ਠੀਕ ਹੈ। ਇਸ ਲਈ ਇਹ y ਪ੍ਰਾਈਮ ਹੈ। ਅਸਲ ਵਿੱਚ ਇਹ ਹੈ ਕਿ x ਦਾ ਇੱਕ ਫੰਕਸ਼ਨ ਹੈ। ਇਸ ਲਈ ਇਹ ਕੁੱਲ ਸੋਲਿਊਸ਼ਨ ਹੈ। ਕੁਆਂਟਮ ਸੰਖਿਆਵਾਂ ਕ੍ਰਮਬੱਧ n ਹਨ। ਤੁਹਾਡੇ ਕੋਲ ਇਹ kx ਅਤੇ kz ਅਨੁਸਾਰੀ ਊਰਜਾ nv ਹੈ। ਮਾਫ਼ ਕਰਨਾ, ਊਰਜਾ ਇੱਕ n ਐਕਸਾਈਟਡ ਸਟੇਟ y ਕੋਆਰਡੀਨੇਟ ਵਿੱਚ। ਪਰ ਤੁਹਾਡੇ ਕੋਲ ਇੱਕ kx ਹੋ ਸਕਦਾ ਹੈ, ਜੋ ਜਨਰਲ x ਕੋਆਰਡੀਨੇਟ ਅਤੇ kz ਵਿੱਚ ਊਰਜਾ ਵਿੱਚ ਯੋਗਦਾਨ ਪਾਉਂਦਾ ਹੈ। ਪਰ ਅਸੀਂ ਦੇਖਿਆ ਹੈ ਕਿ kx
ਅਤੇ n ਕਪਲਡ ਹਨ ਅਤੇ ਇਸ ਤਰ੍ਹਾਂ ਹਨ ਕਿ ਊਰਜਾ ਸਿਰਫ ਹਾਰਮੋਨਿਕ ਓਸੀਲੇਟਰ ਕਿਸਮ ਦੇ ਸ਼ਿਫਟਡ ਹਾਰਮੋਨਿਕ ਓਸੀਲੇਟਰ ਤੇ ਨਿਰਭਰ ਕਰਦੀ ਹੈ। ਇਸ ਲਈ ਇੱਥੇ ਕੋਈ kx ਡਿਪੈਂਡੈਂਟ ਊਰਜਾ ਨਹੀਂ ਹੈ। kx ਸਿਰਫ ਹਾਰਮੋਨਿਕ ਓਸੀਲੇਟਰ ਦੀ ਸ਼ਿਫਟਿੰਗ ਵਿੱਚ ਦਿਖਾਈ ਦੇਵੇਗਾ। ਹਾਰਮੋਨਿਕ ਓਸੀਲੇਟਰ ਕੋਆਰਡੀਨੇਟ y ਤੋਂ y ਪ੍ਰਾਈਮ ਦੁਆਰਾ ਸ਼ਿਫਟ ਕੀਤਾ ਜਾਂਦਾ ਹੈ, ਜਿੱਥੇ y ਪ੍ਰਾਈਮ kx ਉੱਤੇ ਡਿਪੈਂਡੈਂਟ ਹੁੰਦਾ ਹੈ। ਪਰ ਊਰਜਾ ਯੋਗਦਾਨ ਨਹੀਂ ਪਾਉਂਦੀ ਕਿਉਂਕਿ ਇੱਥੇ ਸਿਰਫ ਦੋ ਇਕੁਏਸ਼ਨਾਂ ਹਨ, E1 ਅਤੇ E-E1। E1 n ਪਲਸ ਅੱਧਾ h ਕ੍ਰਾਸ ਓਮੇਗਾ c। E-E1 h ਕ੍ਰਾਸ kz ਸਕੁਏਅਰਡ c। ਇਹ ks ਨਹੀਂ ਹੈ, ਤਾਂ ਡੈਲ U ਕੀ ਹੈ, ਜੋ ਕਿ ਇੱਕ ਡੀਜਨਰੇਸੀ ਹੈ। kx ਕੁਝ ਵੀ ਹੋ ਸਕਦਾ ਹੈ ਦਿੱਤੇ ਗਏ n ਅਤੇ kz ਲਈ, ਜਿਸ ਦਾ ਮਤਲਬ ਹੈ ਕਿ z ਵੇਵ ਫੰਕਸ਼ਨਾਂ ਵਿੱਚ ਇਹ ਇਨਫਾਈਨਾਈਟ ਚਾਰ ਡੀਜਨਰੇਸੀ ਹੈ। ਸਾਡੇ ਕੋਲ ਵੱਖ-ਵੱਖ kx ਲਈ ਬਹੁਤ ਸਾਰੇ ਸੰਭਵ ਵੇਵ ਫੰਕਸ਼ਨ ਹੋ ਸਕਦੇ ਹਨ, ਪਰ ਇੱਕ ਖਾਸ n ਅਤੇ kz ਬਹੁਤ ਜ਼ਿਆਦਾ ਡੀਜਨਰੇਟ, ਇਨਫਾਈਨਾਈਟਲੀ ਡੀਜਨਰੇਟ ਠੀਕ ਹੈ। ਪਿਕਟੋਰੀਅਲੀ ਵਿੱਚ ਮੈਂ ਦਿਖਾ ਸਕਦਾ ਹੈ, ਜੇਕਰ ਮੈਂ ਇੱਕ ਖਾਸ kz ਦੇ ਨਾਲ 0 ਦੇ ਬਰਾਬਰ ਗਰਾਊਂਡ ਸਟੇਟ ਨੂੰ ਵੇਖਦਾ ਹਾਂ, ਤਾਂ ਮੈਂ ਇਸ ਨੂੰ ਪਾ ਦਿੱਤਾ ਹੈ। ਨਹੀਂ, ਮੈਂ ਇਨਫਾਈਨਾਈਟ ਪਾਉਣ ਵਿੱਚ ਬਹੁਤ ਵਧੀਆ ਨਹੀਂ ਹਾਂ, ਕੋਈ ਵੀ ਇਸ ਵਿੱਚ ਚੰਗਾ ਨਹੀਂ ਹੈ। ਇਸ ਲਈ ਇਹ ਕਹਿਣ ਲਈ ਬਹੁਤ ਸਾਰੀਆਂ ਲਾਈਨਾਂ ਵਿੱਚ ਰੱਖਿਆ ਗਿਆ ਹੈ। ਹਰੇਕ ਪੱਧਰ ਤੇ ਤੁਹਾਡੇ ਕੋਲ kx ਦੀ ਚੋਣ ਦੇ ਵੱਖ-ਵੱਖ ਹੋਣ ਦੇ ਆਧਾਰ ਤੇ ਬਹੁਤ ਸਾਰੇ ਵੇਵ ਫੰਕਸ਼ਨ ਹੋ ਸਕਦੇ ਹਨ, ਜੋ ਉਹ ਸਾਰੇ ਇੱਕੋ ਜਿਹੇ ਹੋਣਗੇ। ਇਸ ਲਈ ਇਸ ਨੂੰ ਲੈਂਡੋ ਲੈਵਲਜ਼ ਕਿਹਾ ਜਾਂਦਾ ਹੈ। ਇਸ ਲਈ ਮੈਂ ਤੁਹਾਨੂੰ ਸਮਾਲ ਟੂਰ ਵਾਂਗ ਲੈ ਗਿਆ ਹਾਂ, ਜਿੱਥੇ ਮੈਂ ਕਪਲਡ ਹਾਰਮੋਨਿਕ ਓਸੀਲੇਟਰ ਲਿਆ ਸੀ। ਮੈਂ ਕਿਹਾ ਸੀ ਕਿ ਤੁਸੀਂ ਆਪਣੇ ਐਕਸਿਸ ਨੂੰ ਉਚਿਤ ਰੂਪ ਵਿੱਚ ਘੁੰਮਾ ਕੇ ਇਸ ਨੂੰ ਅਨਡੂ ਕਰ ਸਕਦੇ ਹੋ। ਫਿਰ ਮੈਂ ਜੋੜਿਆ ਜਾਂ ਸਿਰਫ ਓਸੀਲੇਟਰ ਅਤੇ ਇੱਕ ਇਲੈਕਟ੍ਰਿਕ ਫੀਲਡ, ਅਤੇ ਸਾਡੇ ਕੋਲ ਉਹਨਾਂ ਸਕੁਏਰਾਂ ਨੂੰ ਪੂਰਾ ਕਰਨ ਦੀ ਤਰਕੀਬ ਸੀ ਜਿੱਥੇ ਇਹ ਸ਼ਿਫਟਡ ਹਾਰਮੋਨਿਕ ਓਸੀਲੇਟਰ ਬਣ ਜਾਂਦਾ ਹੈ। ਫਿਰ ਮੈਂ ਥੋੜੀ ਹੋਰ ਗੁੰਝਲਦਾਰ ਸਮੱਸਿਆ ਵੱਲ ਗਿਆ, ਜਿੱਥੇ ਮੈਂ ਇੱਕ ਮੈਗਨੇਟਿਕ ਫੀਲਡ ਵਿੱਚ ਇੱਕ ਪਾਰਟੀਕਲ ਜੋੜਿਆ ਜੋ ਲੋਰੈਂਟਜ਼ ਫੋਰਸ ਨੂੰ ਸੰਤੁਸ਼ਟ ਕਰਦਾ ਹੋਵੇ, ਜੋ ਤੁਹਾਨੂੰ ਇੱਕ ਹੈਮਿਲਟੋਨੀਅਨ ਦੇਵੇਗਾ। ਅਤੇ ਵੈਕਟਰ ਪੋਟੈਂਸ਼ੀਅਲ ਦੀ ਇੱਕ ਢੁਕਵੀਂ ਚੋਣ ਦੇ ਨਾਲ ਤੁਸੀਂ ਇੱਕ ਖਾਸ n ਲਈ ਵੇਵ ਫੰਕਸ਼ਨਾਂ ਨੂੰ ਖਾਸ kz ਲਈ ਬਹੁਤ ਜ਼ਿਆਦਾ ਡੀਜਨਰੇਟ ਕਰ ਸਕਦੇ ਹੋ। ਖਾਸ kz ਕੁਝ ਵੀ ਹੋ ਸਕਦਾ ਹੈ,